ਵਾਹਿਗੁਰੂ ਸਾਹਿਬ ਜੀ। ਔਗਣੀ ਭਰਿਆ ਸਰੀਰ ਹੈ, ਕਿਉ ਸੰਤੋ ਨਿਰਮਲ ਹੋਇ। ਗੁਰਮੁਖ ਗੁਣ ਵਿਹਾਜੀਐ, ਮਲ ਹਉਮੈ ਕੱਢੇ ਧੋਇ। ਸਚ ਵਣੰਜੈ ਰੰਗ ਸਿਉ, ਸਚ ਸੌਦਾ ਹੋਏ। ਟੋਟਾ ਮੂਲ ਨ ਆਵਈ, ਲਾਹਰ ਭਾਵੈ ਸੋਇ। ਨਾਨਕ ਤਿਨ ਸਚ ਵਣੰਜਿਆ, ਜਿਨਾ ਤੁਰ ਲਿਖਿਆ ਪ੍ਰਾਪਤ ਹੋਏ। ਪੌੜੀ। ਸਾਲਾਹੀ ਸਚ ਸਾਲਾਹਣਾ, ਸਚ ਸੱਚਾ ਪੁਰਖ ਨਿਰਾਲੇ। ਸਚ ਸੇਵੀ ਸਚ ਮਨ ਵਸੈ, ਸਚ ਸੱਚਾ ਹਰ ਰਖਵਾਲੇ। ਸਚ ਸੱਚਾ ਜਿਨੀ ਅਰਾਧਿਆ, ਸੇ ਜਾਇ ਰਲੇ ਸਚ ਨਾਲੇ। ਸਚ ਸੱਚਾ ਜਿਨੀ ਨਾ ਸੇਵਿਆ, ਸੇ ਮਨਮੁਖ ਮੂੜ ਬੇਤਲੈ। ਓ ਆਲ ਪਤਾਲ ਮੋਹ ਬੋਲਦੇ, ਜਿਉ ਪੀਤੈ ਮਦ ਮਤਵਾਲੇ। ਜਿਤਾ ਸਮੁੰਦ ਸਾਗਰ ਨੀਰ ਭਰਿਆ, ਤਿਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰੀ ਉਪਵੋ, ਡੁੱਬਦੇ ਪੱਥਰ ਤਾਰੈ। ਜਿਅਰਾ ਅਗਨ ਬਰਾਬਰ ਤਪੈ, ਪੀਤਰ ਵਗੇ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪਰਮ ਸਨਮਾਨ ਸਤਿਕਾਰਯੋਗ ਸਾਧ ਸੰਗਤ ਜੀ, ਜਹਾਰਾ ਜਹੂਰ ਹਾਜ਼ਰਾ ਹਜ਼ੂਰ। ਸਰਵ ਕਲਾ ਭਰਪੂਰ ਸਮਰੱਥ ਗੁਰੂ, ਲੋਕ ਪਰਲੋਕ ਦੇ ਰੱਖਿਅਕ, ਭਗਤ ਵਸ਼ਲ ਗਿਆਨ ਦੇ ਸਾਗਰ, ਬਖਸ਼ਿੰਦ ਪਿਤਾ ਪਾਤਸ਼ਾਹਾਂ ਦੀ, ਭਗਤਾਂ ਦੀ, ਭੱਟਾਂ ਸਿੱਖਾਂ ਦੀ ਪਿਆਰੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਗੁਰੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੇ ਹਾਂ। ਸੋ ਧੰਤਾ ਦੇ ਯੋਗ ਵਡਭਾਗੇ ਹਾਂ। ਗੁਰੂ ਮਹਾਰਾਜ ਜੀ ਮਿਹਰ ਕਰਨ, ਦਇਆ ਕਰਨ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸੁਆਮੀ ਸੰਦਾ ਸਾਨੂੰ ਆਇਆ ਨੂੰ ਰੱਖ ਲੈਣ, ਸਾਨੂੰ ਬੈਠਿਆਂ ਨੂੰ ਮਹਾਰਾਜ ਜੀ ਆਪਣੇ ਚਰਨਾਂ ਦੇ ਵਿੱਚ ਲਾ ਲੈਣ। ਸਤਿਗੁਰੂ ਪਾਤਸ਼ਾਹ ਜੀ ਆਪਣੀ ਮਿਹਰ ਕਿਰਪਾ ਦੇ ਪਾਤਰ ਬਣਾ ਲੈਣ। ਸੋ ਗੁਰੂ ਦੀ ਗੋਦ, ਗੁਰੂ ਦੀ ਹਜ਼ੂਰੀ ਦੇ ਵਿੱਚ ਅਸੀਂ ਸਤਿਗੁਰੂ ਤੋਂ ਬਖਸ਼ਿਸ਼, ਮਿਹਰ, ਕਿਰਪਾ ਪ੍ਰਾਪਤ ਕਰਨ ਦੇ ਲਈ ਗੁਰੂ ਦੀ ਗੋਦ,
ਹਜ਼ੂਰੀ ਦੇ ਵਿੱਚ ਬੈਠੇ ਹਾਂ ਜਾਂ ਪਹੁੰਚੇ ਹਾਂ। ਆਓ ਮਹਾਰਾਜ ਜੀ ਕੋਲ ਬੇਨਤੀ ਕਰੀਏ, ਅਰਦਾਸ ਕਰੀਏ। ਵਿਸਰ ਨਾਹੀ ਦਾਤਾਰਿ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮਹਾਰਾਜ ਜੀ ਤੋਂ ਇਹ ਮੰਗ ਮੰਗੀਏ ਵੀ ਸਾਨੂੰ ਇੱਕ ਚਾਓ ਬਣਿਆ ਰਹੇ, ਚਾਅ ਚੜਿਆ ਰਹੇ। ਜਦੋਂ ਕਿਸੇ ਚੀਜ਼ ਦਾ ਚਾਅ ਚੜ੍ਹਦਾ, ਉਸ ਦੀ ਪ੍ਰਾਪਤੀ ਦੇ ਲਈ ਮਨ ਕਾਹਲਾ ਪੈਂਦਾ। ਅਸੀਂ ਕਈ ਵਾਰ ਕਹਿ ਦਿੰਦੇ ਹਾਂ, ਤੂੰ ਬਹੁਤ ਖੁਸ਼ ਦਿਸਦਾ ਪਿਆ, ਹੱਸੀ ਜਾਂਦਾ, ਤੈਨੂੰ ਕਾਹਦਾ ਚਾਅ ਚੜ੍ਹਿਆ? ਚਾਓ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ। ਮਹਾਰਾਜ ਜੀ ਦੇ ਦਰਸ਼ਨ ਕਰਨ ਵਾਲੇ ਜਾਂ ਸਤਿਗੁਰੂ ਨੂੰ ਮਿਲਣ ਵਾਲੇ ਜਾਂ ਸਤਿਗੁਰੂ ਕੋਲ ਬੈਠਣ ਜਾਂ ਜਾਣ ਵਾਲੇ, ਉਹਨਾਂ ਦੇ ਮਨ ਦੇ ਵਿੱਚ ਵੀ ਚਾਓ ਜਾਂ ਚਾਅ, ਮਹਾਰਾਜ ਜੀ ਕਹਿੰਦੇ ਇਹ ਬਣਿਆ ਰਹਿੰਦਾ ਚਾਅ। ਜਿਵੇਂ ਬੱਚਿਆਂ ਨੂੰ ਨਾਨਕਿਆਂ ਦੇ ਜਾਣ ਦਾ ਚਾਅ ਹੁੰਦਾ, ਬੱਚਿਆਂ ਨੂੰ ਖੇਡਣ ਦਾ ਚਾਅ ਹੁੰਦਾ, ਬੱਚਿਆਂ ਨੂੰ ਮਿੱਠਾ ਖਾਣ ਦਾ ਚਾਅ ਹੁੰਦਾ। ਸੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਿਹੜੇ ਮਹਾਰਾਜ ਜੀ ਦੇ ਪਿਆਰੇ ਹੁੰਦੇ ਨੇ, ਗੁਰੂ ਦੇ ਪਿਆਰੇ ਹੁੰਦੇ ਹਨ, ਉਹਨਾਂ ਨੂੰ ਵੀ ਮਾਲਕ ਦੇ ਮਿਲਣ ਦਾ ਚਾਅ ਹੁੰਦਾ। ਸੋ ਇਸ ਚਾਅ ਕਰਕੇ ਹੀ ਅਸੀਂ ਗੁਰੂ ਦੇ ਕੋਲ ਆਏ ਹਾਂ। ਸਾਨੂੰ ਦੇਖਣ ਦਾ ਚਾਅ ਹੈ, ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ, ਚਾਓ ਹੈ ਗੁਰੂ ਦੇ ਦਰਸ਼ਨਾਂ ਦਾ। ਇਸ ਕਰਕੇ ਹੀ ਅਸੀਂ ਇੱਥੇ ਆਏ ਹਾਂ ਜਾਂ ਆਉਣ ਦਾ ਯਤਨ ਕਰਦੇ ਹਾਂ। ਸੋ ਇਹ ਬਹੁਤ ਪਿਆਰਾ ਇੱਕ ਚਾਓ ਹੈ, ਬਹੁਤ ਹੀ ਚੰਗਾ ਚਾਓ ਹੈ। ਗੁਰੂ ਦੇ ਕੋਲ ਆਉਣਾ, ਗੁਰੂ ਦੀ ਗੱਲ ਸੁਣਨੀ ਜਾਂ ਸੁਣਾਉਣੀ, ਇਹ ਚੰਗਾ ਚਾਓ ਹੈ। ਇਹ ਹਰ ਇੱਕ ਦੇ ਅੰਦਰ ਹੋਣਾ ਚਾਹੀਦਾ। ਜਿਸ ਦੇ ਅੰਦਰ ਹੈ ਉਸ ਨੂੰ ਪੀਸ ਆਫ ਮਾਈਂਡ ਜ਼ਰੂਰ ਮਿਲੇਗਾ, ਉਸ ਨੂੰ ਆਤਮਿਕ ਗਿਆਨ ਜਾਂ ਆਤਮਿਕ ਸ਼ਾਂਤੀ ਜ਼ਰੂਰ ਮਿਲੇਗੀ। ਕਿਉਂਕਿ ਗੁਰੂ ਦੇ ਕੋਲ ਇੱਕ ਖਜ਼ਾਨੇ ਬਿਲਕੁਲ ਭਰੇ ਪਏ ਨੇ, ਬਹੁਤ ਹਨ। ਸੋ ਇਸ ਕਰਕੇ ਗੁਰੂ ਦੇ ਕੋਲ ਆ ਕੇ ਹੀ ਸਾਨੂੰ ਕੁਝ ਸੋਝੀ ਮਿਲਣੀ। ਗੁਰਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦਾ ਦੁਆਰਾ ਮਤਲਬ ਗੁਰੂ ਦੇ ਮੁਬਾਰਕ ਮੁਖ ਜਾਂ ਰਸਨਾ ਤੋਂ ਨਿਕਲੇ ਹੋਏ ਸ਼ਬਦਾਂ ਨੂੰ ਸੁਣ ਲੈਣਾ, ਮੰਨ ਲੈਣਾ। ਇਹ ਗੁਰੂ ਦਾ ਦੁਆਰ ਹੈ, ਕੇਵਲ ਗੁਰਦੁਆਰਾ ਗੁਰੂ ਦਾ ਦੁਆਰ ਨਹੀਂ। ਜਿੱਥੇ ਮਰਜ਼ੀ ਕੋਈ ਇਨਸਾਨ ਬੈਠਾ ਹੋਵੇ, ਉੱਥੇ ਬੈਠੇ ਹੀ ਉਹ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਏ, ਸਾਂਝ ਪਾ ਲਵੇ, ਉਹ ਵੀ ਗੁਰੂਦੁਆਰਾ ਬਣ ਜਾਂਦਾ। ਪਰ ਇਹਦਾ ਮਤਲਬ ਇਹ ਨਾ ਸਮਝ ਲੈਣਾ ਵੀ ਗੁਰੂਦੁਆਰੇ ਜਾਣ ਦੀ ਜ਼ਰੂਰਤ ਨਹੀਂ। ਸੋ ਆਓ ਗੁਰੂ ਮਹਾਰਾਜ ਜੀ ਮਿਹਰ ਕਰਨ, ਸਤਿਗੁਰੂ ਜੀ ਦਇਆ ਕਰਨ, ਸੱਚੇ ਪਾਤਸ਼ਾਹ ਜੀ ਮਿਹਰ ਕਿਰਪਾ ਕਰਨ। ਗੁਰੂ ਸ਼ਬਦ ਦੀ ਵਿਚਾਰ ਦੀ ਆਰੰਭਤਾ ਕਰੀਏ। ਬਹੁਤ ਪਿਆਰਾ ਸ਼ਬਦ ਹੈ ਮਹਾਰਾਜ ਜੀ ਦਾ। ਔਗਨੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਗੁਰਮੁਖ ਗੁਣ ਵਿਹਾਜੀਐ, ਮਲ ਹਉਮੈ ਕੱਢੇ ਧੋਏ। ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ। ਮਹਾਰਾਜ ਜੀ ਇੱਕ ਪ੍ਰਸ਼ਨ ਦੇ ਰੂਪ ਦੇ ਵਿੱਚ ਵਿਚਾਰ ਰੱਖਦੇ ਨੇ, ਹੇ ਸੰਤ ਜਨੋ, ਹੇ ਸੰਤ ਜਨੋ, ਔਗਨੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਵੀ ਇਹ ਜਿਹੜਾ ਸਰੀਰ ਹੈ ਔਗਣਾਂ ਦਾ ਭਰਿਆ ਹੋਇਆ, ਇਹ ਕਿਵੇਂ ਨਿਰਮਲ ਹੋ ਸਕਦਾ, ਇਹ ਕਿਵੇਂ ਸਾਫ਼ ਹੋ ਸਕਦਾ। ਜੇ ਕੋਈ ਆਪਣੇ ਆਪ ਨੂੰ ਔਗਣਾਂ ਦਾ ਭਰਿਆ ਸਮਝੇ ਤਾਂ, ਜੇ ਕੋਈ ਆਪਣੇ ਆਪ ਨੂੰ ਔਗਣਾਂ ਦਾ ਭਰਿਆ ਸਮਝੇ ਤੇ ਉਹ ਤਾਂ ਹੀ ਇਹ ਬੇਨਤੀ ਕਰ ਸਕਦਾ ਹੈ
मैं निर्गुण आरे को गुण नाही आपे तरस प्योई। औगनी भरिया शरीर है क्यों संतो हो निर्मल होए। अपने आप नू गुणवान समझना ये ते गल हर कोई करदा। अपने आप नू औगणा दा भरिया समझना ये कोई विरला ही विरला समझदा है जां करदा। मेरे विच गुण बहुत हैं, ये मैनू सुनना भी पसंद है ते सुनाउणा भी पसंद है। ध्यान देना, औगनी भरिया शरीर है क्यों संतो निर्मल होए। किसी दे विच कोई गुण है वो अपने गुण बारे दूसरे नू दसना पसंद करदा, जां किसी दे विच कोई गुण है वो दूसरे नू भी दसना पसंद करदा, भाई आ मेरे विच गुण। ते इदां दा मनुख कौन है जिहड़ा कहंदा मेरे विच आ औगण है। गुण नू हमेशा इंसान प्रगट करदा, औगण नू छुपाया जांदा। जे किसी विच गुण होवे ते उसनू आसे पासे दसन का यतन करेगा, दूसरे नू सुनाउण दा यतन करेगा। जे कोई इंसान विच औगण है तो उसनू ढकेगा, उस ते पर्दा पाएगा। कदे भी नहीं आखेगा भी मेरे विच ये औगण है, मैं बहुत माड़ा जां घटिया इंसान। कोई नहीं कहंदा, इस तरह कोई नहीं कहंदा। महाराज जी कहंदे तेरी आत्मक अवस्था मैं इत्थे लियाउणी है। मैं तेरी आत्मक अवस्था इत्थे लियाउणी है जिस दिन तू कह देवें सब अवगुण में गुण नहीं कोई, क्यों कर कंत मिलावा होई। ना मैं रूप न बंके नैना, ना कुल ढंग न मीठे बैना। उस दिन दी उड़ीक है जिस दिन तू कह दवें भी मेरे विच औगण तू बगैर होर कुछ भी नहीं, सब अवगुण मैं गुण नहीं कोई। पर इस तरह जिहड़ा कहना ये गुरमुख कह सकता है, मनमुख नहीं कह सकता। क्योंकि आपस को दीर्घ कर जाने औरन को लग मात। गुरु महाराज जी कहते ने इंसान की फितरत है अपने आप नू हमेशा दूसरे नालों वड्डा ते सियाणा पेश करेगा, दूसरे नालों निमन, दूसरे नालों घट ये अपने आप को पेश नहीं करेगा। वाणी विच क्लीयर कीता है, सब को पूरा आपे होवे घट ना कोई आखे। सबको पूरा आपे होवे घट ना कोई आखे। पत परवाना पिछे पाइए तां नानक तोलिया जप। सारे ही अपने आप को पूरा कहणगे, सही कहणगे। सो गुरु महाराज जी की बाणी की पंक्ति ऐसी आरंभ हुई है भी औगनी भरिया शरीर है। गुरु रामदास महाराज जी ने सानू क्लीयर कर दिता भी तुहाडा शरीर जिहड़ा है वो औगणां दा भरिया होया है, तुसी मनो जां ना। गुरु रामदास जी कहंदे ने असी मनदे हां, भट्ट कहंदे ने असी मनदे हां, भगत कहंदे ने असी मनदे हां, सिख कहंदे असी मनदे हां कि हम अवगुण भरे एक गुण नाही, अमृत छाड़ बिखै बिख खाई। असी मनदे हां भी असी अवगुण दे भरे हां और असी अमृत नूं छड्ड के जहर नूं पींदे जां खांदे पए हां। असी निरंकार नूं छड्ड के हम अवगुण भरे एक गुण नाही, अमृत छाड़ बिखे बिख खाई। माया मोह भरम पै भुले, सुत दारा स्यों प्रीत लगाई। असी आहां ते गुरु साहब सानू की बनाना चाहते ने, की देखना चाहते हैं भी आपस को जो जाने नीचा सो गणिए सब ते ऊंचा। अपने आप नू मंदा जाने आपको, मंदा जाने आपको अवर भुला संसार। बाकी सारे
ਚੰਗੇ ਤੇ ਭਲੇ ਦਿਸਣ ਜਾਂ ਇਹ ਮੰਨਣ ਵਿੱਚ ਆਵੇ, ਇਸ ਨੂੰ ਕਹਿੰਦੇ ਨੇ ਰੱਬ ਦੀ ਬਖਸ਼ਿਸ਼ ਆਤਮਕ ਅਵਸਥਾ। ਜੋ ਆਪਣੇ ਕੇਵਲ ਔਗਣ ਦੇਖਦਾ, ਦੂਸਰੇ ਦੇ ਗੁਣ ਦੇਖਦਾ, ਇਸ ਨੂੰ ਗੁਰਮਤਿ ਦੀ ਪੌੜੀ ਕਹਿ ਸਕਦੇ ਹਾਂ। ਇਸ ਨੂੰ ਗੁਰਮਤਿ ਦੀ ਪ੍ਰਾਪਤੀ ਕਹਿ ਸਕਦੇ ਹਾਂ, ਕਿਉਂਕਿ ਜੋ ਆਪਣੀ ਜ਼ਿੰਦਗੀ ਦੀ ਯਾਤਰਾ ਦੇ ਦੌਰਾਨ ਆਪਣੇ ਗੁਣ ਦੇਖਦਾ, ਦੂਸਰੇ ਦੇ ਔਗਣ ਦੇਖਦਾ, ਉਹ ਫੇਲੜ ਹੈ, ਫੇਲ ਹੋਇਆ ਹੈ। ਜੋ ਦੂਸਰੇ ਦੇ ਗੁਣਾਂ ਨੂੰ ਦੇਖਣਾ ਸ਼ੁਰੂ ਕਰਦਾ ਹੈ ਤੇ ਆਪਣੇ ਔਗਣਾਂ ਨੂੰ ਦੇਖਣਾ ਸ਼ੁਰੂ ਕਰਦਾ ਹੈ, ਉਹਦੀ ਪ੍ਰੋਗਰੈਸ ਹੋ ਜਾਂਦੀ ਹੈ, ਉਹਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਕਦੀ ਆਪਣੇ ਵਿੱਚ ਔਗਣ ਦੇਖਦਾ ਨਹੀਂ, ਉਸ ਨੂੰ ਔਗਣ ਹੀ ਮਾਰ ਲੈਂਦੇ ਨੇ, ਕਿਉਂਕਿ ਔਗਣ ਉਹਦੇ ਕੋਲ ਕੱਢੇ ਨਹੀਂ ਜਾਂਦੇ। ਜਦੋਂ ਉਸਨੇ ਆਪਣੇ ਔਗਣ ਦੇਖੇ ਨਹੀਂ ਤੇ ਉਹਨੇ ਔਗਣਾਂ ਨੂੰ ਦੂਰ ਕਰਨ ਦਾ ਯਤਨ ਹੀ ਨਹੀਂ ਕੀਤਾ। ਉਹਨਾਂ ਔਗਣਾਂ ਨੇ ਹੀ ਇਸ ਇਨਸਾਨ ਨੂੰ ਤਬਾਹ ਕਰ ਦੇਣਾ ਜਾਂ ਖਤਮ ਕਰ ਦੇਣਾ। ਇਸ ਕਰਕੇ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਵੀ ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਆਪਣੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜੇ ਦੇਖਣ ਦਾ ਯਤਨ ਕਰਨਾ ਤੇ ਆਪਣੇ ਆਪ ਨੂੰ ਦੇਖ, ਜੇ ਜਾਣਨ ਦਾ ਯਤਨ ਕਰਨਾ ਤੇ ਬਾਣੀ ਵਿੱਚ ਲਿਖਿਆ ਆਪਣੇ ਆਪ ਨੂੰ ਜਾਣਨ ਦਾ ਯਤਨ ਕਰ। ਇਹ ਨਾ ਕਹੀਂ ਕਦੇ ਵੀ ਮੈਂ ਤੈਨੂੰ ਜਾਣਦਾ ਚੰਗੀ ਤਰ੍ਹਾਂ, ਹਾਸੇ ਵਾਲੀ ਗੱਲ ਹੋਏਗੀ। ਤੂੰ ਕਿਸੇ ਨੂੰ ਕਦੇ ਵੀ ਨਹੀਂ ਜਾਣ ਸਕਦਾ, ਕਿਉਂਕਿ ਤੂੰ ਖੁਦ ਨੂੰ ਨਹੀਂ ਜਾਣ ਸਕਿਆ ਅਜੇ ਤੱਕ। ਤੂੰ ਅਜੇ ਤੱਕ ਖੁਦ ਨੂੰ ਨਹੀਂ ਜਾਣ ਸਕਿਆ। ਕਿਸੇ ਨੂੰ ਕਹਿ ਦਿੰਦਾ ਹੈ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ, ਤੂੰ ਕਿਵੇਂ ਜਾਣੇਗਾ? ਖੁਦ ਨੂੰ ਜਾਣਨ ਦੀ ਕੋਸ਼ਿਸ਼ ਕਰ। ਤੂੰ ਖੁਦਾ ਹੈ, ਤੂੰ ਉਸ ਪਰਮਾਤਮਾ ਦਾ ਰੂਪ ਹੈ। ਜਿਸ ਦਿਨ ਤੈਨੂੰ ਖੁਦ ਦਾ ਪਤਾ ਲੱਗ ਗਿਆ, ਤੈਨੂੰ ਦੂਜੇ ਨੂੰ ਜਾਣਨ ਦੀ ਇੱਛਾ ਹੀ ਖਤਮ ਹੋਏਗੀ। ਤੂੰ ਨਹੀਂ ਕਹੇਗਾ ਵੀ ਮੈਂ ਕਿਸੇ ਨੂੰ ਜਾਣਨਾ, ਤੈਨੂੰ ਲੋੜ ਹੀ ਨਹੀਂ ਰਹੇਗੀ। ਮੈਨੂੰ ਕੀ ਜ਼ਰੂਰਤ ਹੈ? ਕੋਈ ਚੰਗਾ ਕਰਦਾ ਹੈ ਆਪਣੇ ਲਈ, ਮਾੜਾ ਕਰਦਾ ਹੈ ਆਪਣੇ ਲਈ, ਮੈਨੂੰ ਕੀ ਜ਼ਰੂਰਤ ਹੈ ਕਿਸੇ ਦੇ ਘਰ ਜਾਂ ਕਿਸੇ ਦੀ ਗੱਲ ਵਿੱਚ ਦਖਲ ਦੇਣ ਦਾ? ਇਹ ਅਵਸਥਾ ਬਣਦੀ ਹੈ ਗੁਰੂ ਦੀ ਕਿਰਪਾ ਦੇ ਨਾਲ। ਸੋ ਗੁਰੂ ਮਹਾਰਾਜ ਜੀ ਦੀ ਪੰਕਤੀ ਚੱਲ ਰਹੀ ਹੈ ਵੀ ਔਗਣਾਂ ਦਾ ਭਰਿਆ ਸਰੀਰ ਤੇ ਹੈ ਹੀ ਹੈ, ਔਗਣੀ ਭਰਿਆ ਸਰੀਰ ਹੈ। ਸੋ ਅਸੀਂ ਸਾਰਿਆਂ ਨੂੰ ਮੰਨ ਲੈਣਾ ਚਾਹੀਦਾ ਵੀ ਅਸੀਂ ਔਗਣਾਂ ਦੇ ਭਰੇ ਹੋਏ ਹਾਂ। ਜਦੋਂ ਔਗਣਾਂ ਦੇ ਭਰੇ ਹੋਏ ਮੰਨਾਂਗੇ ਤੇ ਅਹੰਕਾਰ ਖਤਮ ਹੋਏਗਾ, ਅਹੰਕਾਰ ਦੂਰ ਹੋਏਗਾ, ਅਹੰਕਾਰ ਨਹੀਂ ਹੋਏਗਾ। ਜਦੋਂ ਮੈਨੂੰ ਪਤਾ ਹੈ ਵੀ ਮੇਰੇ ਵਿੱਚ ਗੁਣ ਹੀ ਗੁਣ ਨੇ, ਗੁਣ ਹੀ ਗੁਣ ਨੇ, ਤੇ ਮੈਨੂੰ ਗੁਣ ਦਾ ਅਹੰਕਾਰ ਹੋਣਾ ਹੀ ਹੋਣਾ। ਚਾਹੇ ਮੈਂ ਕੀਰਤਨ ਕਰਦਾ, ਚਾਹੇ ਕਥਾ ਕਰਦਾ, ਚਾਹੇ ਕੋਈ ਮੈਨੂੰ ਹੋਰ ਕਈ ਦੁਨੀਆ ਦੀਆਂ ਚੀਜ਼ਾਂ ਨੇ ਉਹਦੇ ਬਾਰੇ ਗਿਆਨ ਹੈ, ਜੇ ਮੈਂ ਉਹਦੇ ਬਾਰੇ ਹੀ ਸੋਚੀ ਜਾਣਾ, ਲਓ ਜੀ ਮੇਰੇ ਕੋਲ ਤੇ ਆਹ ਚੀਜ਼ ਹੈ, ਮੇਰੇ ਕੋਲ ਤੇ ਇੰਨੀ ਪਾਵਰ ਹੈ, ਤੇ ਫਿਰ ਇਹ ਚੀਜ਼ ਅਹੰਕਾਰ ਨੂੰ ਜਨਮ ਦਿੰਦੀ ਹੈ। ਤੇ ਅਹੰਕਾਰ ਜਿਹੜਾ ਮਨ ਨੂੰ ਮੈਲਾ ਕਰਦਾ, ਜਦੋਂ ਅਹੰਕਾਰ ਮਨ ਨੂੰ ਮੈਲਾ ਕਰਦਾ, ਇੱਕ ਔਗਣ ਹੈ, ਐਡਾ ਵੱਡਾ ਔਗਣ ਜਿਹਦੇ ਅੰਦਰ ਆ ਜਾਏ ਤੇ ਮਹਾਰਾਜ ਜੀ ਕਹਿੰਦੇ ਫਿਰ ਨਿਰਮਲ ਕਿਵੇਂ ਹੋਵੇ? ਇਹਨੂੰ ਹੀ ਕਹਿੰਦੇ ਨੇ ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ। ਗੁਰੂ ਰਾਮਦਾਸ ਜੀ ਫਰਮਾਨ ਕਰਦੇ ਨੇ, ਭਗਤ ਜਣੋ ਸੰਤ ਜਣੋ ਵਾਹਿਗੁਰੂ ਦੇ ਪਿਆਰਿਓ, ਆਓ ਵਿਚਾਰ ਕਰੀਏ ਬੈਠ ਕੇ, ਇਹ ਨਿਰਮਲ ਕਿਵੇਂ ਹੋਵੇ? ਮਨ ਮੈਲੇ ਸਭ ਕਿਛ ਮੈਲਾ, ਔਗਣੀ ਭਰਿਆ ਸਰੀਰ ਹੈ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਮੈਂ ਕੇਸੀ ਇਸ਼ਨਾਨ ਵੀ ਸਵੇਰੇ ਕਰ ਲਿਆ, ਮੈਂ ਚੰਗੀ ਤਰ੍ਹਾਂ ਪਿੰਡਾ ਵੀ ਨਹਾਤਾ, ਤੇ ਕਿਸੇ ਦੀ ਜ਼ੁਬਾਨ ਦੇ ਨਾਲ ਬੁਰਾਈ ਕਰ ਲਈ, ਤੇ ਮਹਾਰਾਜ ਜੀ ਕਹਿੰਦੇ ਸਾਰਾ ਮੈਲਾ ਹੋ ਗਿਆ, ਸਭ ਕੁਛ ਮੈਲਾ। ਤਨ ਧੋਤੇ ਮਨ ਹੱਛਾ ਨਾ ਹੋਏ, ਮਨ ਮੈਲੇ ਸਭ ਕੁਛ ਮੈਲਾ। ਜੇ ਮੈਂ ਕਿਸੇ ਨੂੰ ਦੇਖ ਕੇ ਆਪਣਾ ਮਨ ਮੈਲਾ ਕਰ ਲਿਆ, ਕਿਸੇ ਦੇ ਬਾਰੇ ਗਲਤ ਸੋਚ ਕੇ ਬਹਿ ਗਿਆ ਤੇ ਮੇਰਾ ਨਹਾਤਾ ਨੁੱਤਾ ਗਿਆ। ਇਹ ਬਾਣੀ ਵਿੱਚ ਲਿਖਿਆ, ਮਨ ਮੈਲੇ ਸਭ ਕੁਛ ਮੈਲਾ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ।
ਨਾਨਕ ਨਿਫਲ ਜਾਤ ਹੈ ਜਿਉ ਕੁੰਚਰ ਇਸ਼ਨਾਨ। ਤੀਰਥ ਕੀਤੇ ਵਰਤ ਨੇਮ ਕੀਤੇ ਬੰਦਗੀ ਕੀਤੀ। ਮਹਾਰਾਜ ਜੀ ਕਹਿੰਦੇ ਸਾਰੀ ਬੇਅਰਥ ਹੈ ਜੇ ਮਨ ਮੈਂ ਧਰੇ ਗੁਮਾਨ। ਉਹ ਨਿਫਲ ਚਲਾ ਜਾਂਦਾ। ਕਹਿੰਦੇ ਜਿਉ ਕੁੰਚਰ ਇਸ਼ਨਾਨ। ਜਿਵੇਂ ਇੱਕ ਹਾਥੀ ਪਹਿਲਾਂ ਆਪਣਾ ਪਿੰਡਾ ਧੋਂਦਾ ਸੁੰਡ ਵਿੱਚ ਪਾਣੀ ਭਰ ਕੇ, ਤੇ ਬਾਅਦ ਵਿੱਚ ਉਹ ਚਿੱਕੜ ਦੀ ਸੁੰਡ ਭਰ ਕੇ ਫਿਰ ਸਿਰ 'ਚ ਆਪਣੇ ਸਰੀਰ 'ਤੇ ਪਾ ਲੈਂਦਾ। ਉਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਪਹਿਲਾਂ ਤੇ ਸਾਫ਼ ਹੋ ਗਿਆ, ਫਿਰ ਨਿੰਦਿਆ ਈਰਖਾ ਨਫ਼ਰਤ ਦੁਆਰਾ ਮੁੜ ਮੈਲਾ ਹੋ ਗਿਆ। ਸੋ ਇਹੀ ਅੱਜ ਦੇ ਵਿਚਾਰ ਦੇ ਵਿੱਚ ਮਹਾਰਾਜ ਜੀ ਸਾਨੂੰ ਇੱਕ ਜੁਗਤੀ ਦੇ ਰਹੇ ਨੇ ਵੀ ਤੂੰ ਨਿਰਮਲ ਕਿਵੇਂ ਹੋਣਾ ਹੈ। ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ। ਇਹਦੀ ਜਾਂਚ ਮਹਾਰਾਜ ਜੀ ਸਾਨੂੰ ਦੱਸ ਰਹੇ ਨੇ ਤੇ ਅਜੇ ਪਹਿਲੀ ਪੰਕਤੀ ਅਸੀਂ ਪੜ੍ਹ ਰਹੇ ਹਾਂ। ਸੋ ਪਾਤਸ਼ਾਹ ਕਹਿੰਦੇ ਪਹਿਲਾਂ ਇਹ ਮੰਨ ਲੈ ਤੂੰ ਵੀ ਮੈਂ ਮੈਲਾ ਹਾਂ। ਪਹਿਲਾਂ ਤੂੰ ਇਹ ਮੰਨ ਲੈ ਮੈਨੂੰ ਪਿਆਸ ਹੈ, ਤੇ ਫਿਰ ਤੈਨੂੰ ਦਿੱਤੀ ਹੋਈ ਵਸਤੂ ਵੀ ਜਿਹੜੀ ਸਵਾਦ ਲੱਗੇਗੀ। ਜੇ ਭੁੱਖ ਨਾ ਹੋਵੇ ਤੇ ਫਿਰ ਵਸਤੂ ਜਾਂ ਭੋਜਨ ਸਵਾਦ ਨਹੀਂ ਲੱਗਦਾ। ਜੇ ਭੁੱਖ ਹੋਵੇ ਤੇ ਰੁੱਖੀ ਸੁੱਕੀ ਜਿਹੜੀ ਹੈ ਉਹ ਬਹੁਤ ਸਵਾਦ ਲੱਗਦੀ ਹੈ। ਸੋ ਇਸ ਕਰਕੇ ਜੇ ਤੂੰ ਆਪਣੇ ਅੰਦਰ ਗੁਣ ਪੈਦਾ ਕਰਨੇ ਹਨ ਤੇ ਔਗਣਾਂ ਨੂੰ ਪਹਿਚਾਨ। ਔਗਣਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਬਾਹਰ ਕੱਢ ਦੇ। ਧਿਆਨ ਦੇਣਾ, ਜਦੋਂ ਅਸੀਂ ਕਚਰਾ ਆਪਣੀ ਕੋਠੜੀ ਦੇ ਵਿੱਚੋਂ ਜਾਂ ਸਟੋਰ ਦੇ ਵਿੱਚੋਂ ਬਾਹਰ ਕੱਢ ਦਿੰਦੇ ਹਾਂ ਤੇ ਵੇਚ ਦਿੰਦੇ ਹਾਂ, ਕਿੰਨਾ ਸੋਹਣਾ ਕਮਰਾ ਲੱਗਦਾ। ਫਿਰ ਦਿਲ ਕਰਦਾ ਵੀ ਇੱਥੇ ਕੋਈ ਨਾ ਕੋਈ ਚੰਗੀ ਚੀਜ਼ ਰੱਖੀ। ਸਾਫ਼ ਹੋ ਗਿਆ ਨਾ ਜਦੋਂ, ਫਿਰ ਦਿਲ ਕਰਦਾ ਵੀ ਇੱਥੇ ਸੋਹਣੀ ਚੀਜ਼ ਟਿਕਾਈਏ। ਗੁਰੂ ਮਹਾਰਾਜ ਜੀ ਕਹਿੰਦੇ ਸੰਗਤ ਕਰਿਆ ਕਰ, ਤੇਰੇ ਹੌਲੀ ਹੌਲੀ ਔਗਣ ਨਿਕਲਣੇ ਸ਼ੁਰੂ ਹੋ ਜਾਣਗੇ। ਜਦੋਂ ਮਨ ਸਾਫ਼ ਹੋ ਜਾਏਗਾ ਤੇ ਸ਼ੁਭ ਵਿਚਾਰ ਪੈਦਾ ਹੋਣਾ, ਸ਼ੁਭ ਭਾਵਨਾ ਨੈਚੁਰਲੀ ਪੈਦਾ ਹੋਣੀ ਹੈ। ਜਿਵੇਂ ਦਾ ਚੁਗਿਰਦਾ ਹੋਵੇ, ਜਿਵੇਂ ਦਾ ਰਹਿਣਾ ਬਸਣਾ ਹੋਵੇ, ਉੱਦਾਂ ਦੇ ਵਿਚਾਰ ਬਣਦੇ ਨੇ। ਜਿੱਦਾਂ ਦੀ ਸੰਗਤ ਵਿੱਚ ਬੰਦਾ ਰਹੇ, ਜਿਵੇਂ ਦੇ ਗੁਆਂਢ ਵਿੱਚ ਰਹੇ, ਜਿਵੇਂ ਦੇ ਘਰ ਦੇ ਮੈਂਬਰਾਂ ਦੇ ਵਿਚਾਰ ਅਧੀਨ ਰਹੇ, ਉੱਦਾਂ ਦੀ ਸੁਰਤ ਬਣਦੀ ਹੈ। ਜੇ ਘਰ ਵਿੱਚ ਰਹਿਣ ਵਾਲਿਆਂ ਦੇ ਵਿਚਾਰ ਬਹੁਤ ਚੰਗੇ ਹੋਣ ਤੇ ਬੰਦਾ ਚੰਗਾ ਬਣ ਜਾਂਦਾ ਹੈ। ਜੇ ਘਰ ਵਿੱਚ ਰਹਿਣ ਵਾਲਿਆਂ ਦੇ ਵਿਚਾਰ ਵੀ ਸਹੀ ਨਹੀਂ ਤੇ ਉਹ ਬੰਦਾ ਲੜਾਕਾ ਝਗੜਾਲੂ ਬਣਦਾ ਹੈ। ਧਿਆਨ ਦੇਣਾ, ਬਾਹਰਲੀ ਗੱਲ ਤੇ ਬਾਅਦ ਵਿੱਚ ਪਹਿਲਾਂ ਆਪਣੇ ਘਰ ਤੋਂ ਆਰੰਭ ਕਰੀਏ। ਤਾਂ ਹੀ ਕਹਿੰਦੇ ਨੇ ਏਕਤਾ ਤੇ ਇਤਫਾਕ। ਜੇ ਘਰ ਦੇ ਵਿੱਚ ਇਤਫਾਕ ਤੇ ਏਕਤਾ ਨਹੀਂ ਹੈ, ਜਿੱਦਾਂ ਦੀ ਬੋਲਬਾਣੀ ਘਰ ਵਿੱਚ ਚੱਲੇਗੀ, ਉੱਦਾਂ ਦੇ ਵਿਚਾਰ ਤੇ ਉੱਦਾਂ ਦੀ ਸੁਰਤ ਜਿਹੜੀ ਹੈ ਉਹ ਪੈਦਾ ਹੋਏਗੀ, ਬਣੇਗੀ। ਸੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਤੂੰ ਮੰਨ ਲੈ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁੱਲ ਢੰਗ ਨਾ ਮਿੱਠੇ ਵੈਣਾ। ਤੂੰ ਮੰਨ ਲੈ ਵੀ ਤੂੰ ਮੰਨ ਲੈ ਮੈਂ ਔਗਣਾਂ ਦੇ ਨਾਲ ਭਰਿਆ। ਚਲੋ ਰਿਪੀਟ ਕਰ ਲੈਂਦੇ ਹਾਂ ਦੁਬਾਰਾ ਵੀ ਗਣਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ। ਅਚਾਨਚਕ ਮਹਾਂਪੁਰਖ ਗਣਕਾ ਵਾੜੇ ਆਏ ਖਲੋਤਾ। ਔਗਣੀ ਭਰਿਆ ਸਰੀਰ ਹੈ। ਸੋ ਮਹਾਂਪੁਰਖ ਜਿਹੜਾ ਹੈ ਉਹ ਤੁਰਦਾ ਤੁਰਦਾ ਕਣੀਆਂ ਲੱਗ ਗਈਆਂ, ਮੀਂਹ ਲੱਗ ਗਈਆਂ, ਛੱਤਾ ਜਿਹਾ ਪਾਇਆ ਹੋਇਆ ਸੀ, ਬਰਾਂਡਾ ਜਿਹਾ ਸੀ, ਉਹ ਖੜ ਗਿਆ, ਰੁਕ ਗਿਆ ਵੀ ਛਿੱਟਾਂ ਕਣੀਆਂ ਥੋੜ੍ਹੀਆਂ ਮੱਠੀਆਂ ਹੋ ਜਾਣਗੀਆਂ, ਘਟ ਜਾਣਗੀਆਂ ਤੇ ਫਿਰ ਮੈਂ ਅੱਗੇ ਵਧਾਂਗਾ। ਜਿੱਥੇ ਉਹ ਖਲੋਤਾ ਹੈ ਉਸ ਚੁਬਾਰੇ ਦੇ ਉੱਪਰ ਇੱਕ ਔਰਤ ਰਹਿੰਦੀ ਹੈ, ਉਸ ਦਾ ਨਾਮ ਹੈ ਗਣਕਾ। ਉਹ ਪਰਪੁਰਖਾਂ ਦਾ ਸੰਗ ਕਰਦੀ ਹੈ, ਉਹ ਵੱਧ ਚੱਲਣ ਔਰਤ ਹੈ, ਉਹ ਵੇਸਵਾ ਹੈ। ਬਾਣੀ ਵਿੱਚ ਲਿਖਿਆ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਪੂਰਾ ਸ਼ਬਦ ਲਿਖਿਆ। ਉਸ ਨੂੰ ਦੇਖੋ, ਕਬੀਰ ਦੀ ਪੰਕਤੀ ਇੱਥੇ ਲਾਉਂਦੇ ਆ, ਬੜੀ ਪਿਆਰੀ ਢੁੱਕੇਗੀ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਉਹੀ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਕਿਤੇ ਰੱਬ ਦੀ ਮਿਹਰ ਦਾ ਕਿਣਕਾ ਵੀ ਵਸ ਜਾਏ ਤੇ ਬੰਦਾ ਪਲਾਂ ਦੇ ਵਿੱਚ ਹੀ ਮਹਾਨ ਬਣ ਜਾਂਦਾ, ਮਹਾਨ। ਤੇ ਜੇ ਕਿਣਕਾ ਅੰਦਰ ਗਿਰਿਆ ਨਾ, ਡਿੱਗਿਆ ਨਾ, ਤੇ ਫਿਰ
ਯੁੱਗ ਵੀ ਲੰਘ ਜਾਂਦੇ ਨੇ ਤੇ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਰਹਿੰਦਾ ਹੈ। ਉਹ ਮਹਾਂਪੁਰਖ ਥੱਲੇ ਖਲੋਤਾ ਹੈ ਤੇ ਸਾਧ ਸੰਗਤ ਜੀ ਫੁੱਲ ਹੋਵੇ ਤੇ ਵਾਸ਼ਨਾ ਆਈ ਜਾਂਦੀ ਹੈ, ਕਿਉਂਕਿ ਸਤਿਪੁਰਖ ਦੇ ਅੰਦਰ ਗੁਣਾਂ ਦੀ ਸੁਗੰਧੀ ਹੁੰਦੀ ਹੈ। ਸਤਿਪੁਰਖ ਦੇ ਅੰਦਰ ਜਿਹੜਾ ਗੁਣਵਾਨ ਬੰਦਾ ਉਹਨੂੰ ਵੀ ਔਗਣਾਂ ਦੀ ਸਮੈਲ ਆ ਜਾਂਦੀ ਹੈ। ਧਿਆਨ ਦੇਣਾ, ਜਿਹੜਾ ਗੁਰਮੁਖ ਬੰਦਾ ਹੁੰਦਾ ਨਾ ਉਹਨੂੰ ਵੀ ਕਿਸੇ ਦੇ ਘਰ ਜਾਏ ਤੇ ਔਗਣਾਂ ਦੀ ਸੁਗੰਧੀ ਆ ਜਾਂਦੀ ਹੈ। ਤੇ ਜਿਹੜਾ ਔਗਣਾਂ ਦਾ ਭਰਿਆ ਹੁੰਦਾ ਉਹਨੂੰ ਵੀ ਕਿਸੇ ਵੱਲ ਦੇਖ ਕੇ ਨਾ ਬਹੁਤ ਸਿਆਣਾ, ਬਹੁਤ ਬੰਦਗੀ ਵਾਲਾ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਰੱਬ ਦਾ ਬੰਦਾ ਹੈ। ਮਹਾਂਪੁਰਖ ਥੱਲੇ ਵੇਖ ਕੇ ਉਸ ਦੇ ਅੰਦਰ ਇੱਕ ਐਸੀ ਭਾਵਨਾ ਜਾਗੀ ਕੋਈ ਥੱਲੇ ਆ ਕੇ ਖਲੋਤਾ ਹੈ, ਕਿਉਂਕਿ ਉਸ ਦਾ ਕਰਮ ਸੀ ਵੀ ਜਿਹੜਾ ਵੀ ਆ ਜਾਵੇ ਉਹਦੇ ਲਈ ਉਹਦਾ ਕਸਟਮਰ ਹੈ, ਗਾਹਕ ਹੈ। ਉਸਨੇ ਉਸ ਨੂੰ ਆਪਣੇ ਨਾਲ ਉੱਪਰ ਲੈ ਕੇ ਜਾਣਾ। ਉਸਨੇ ਮਨ ਵਿੱਚ ਇਸ ਤਰ੍ਹਾਂ ਆਇਆ ਫੁਰਨਾ ਵੀ ਹੋ ਸਕਦਾ ਕੋਈ ਮੇਰਾ ਗਾਹਕ ਹੀ ਨਾ ਹੋਵੇ। ਉਹ ਪੌੜੀਆਂ ਤੋਂ ਥੱਲੇ ਉਤਰ ਕੇ ਆਈ, ਕਿਉਂਕਿ ਸ਼ਬਦ ਚੱਲਿਆ ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਕਿਵੇਂ ਨਿਰਮਲ ਹੋਏਗਾ? ਉਹ ਆ ਕੇ ਜਦ ਦੇਖਦੀ ਹੈ ਵੀ ਇਹ ਮੇਰਾ ਗ੍ਰਾਹਕ ਹੈ, ਪਰ ਜਦ ਧਿਆਨ ਦੇਣਾ, ਜਦ ਉਸਦੇ ਨੇਤਰ ਅੱਖੀਆਂ ਜਦੋਂ ਉਸ ਮਹਾਂਪੁਰਖ ਦੇ ਨੇਤਰਾਂ ਵੱਲ ਗਈਆਂ, ਉਹ ਅੱਖੀਆਂ ਕੱਜਲ ਰੇਖ ਨਾ ਸਿੰਧਿਆਂ ਸੇ ਪੰਖੀ ਸੋਏ। ਬਹਿਟ ਵਾਲੀ ਗੱਲ ਹੈ। ਅੱਜ ਤੇ ਅੱਖਾਂ ਦੇ ਵਿੱਚ ਕੱਜਲ ਹੈ, ਨੈਣਾਂ ਵਿੱਚ ਸੁਰਮਾ ਹੈ। ਭਗਤ ਜੀ ਕਹਿੰਦੇ ਕੱਜਲ ਮਾੜਾ ਜਿਹਾ ਚੁੱਭ ਜਾਏ ਨਾ ਤੇ ਅੱਖਾਂ ਨੂੰ ਫੂਕਾ ਮਾਰਦਾ ਬੰਦਾ। ਭਗਤ ਜੀ ਕਹਿੰਦੇ ਨੇ ਆ ਸੁਰਮਾ ਜਿਹੜਾ ਪਾਉਂਦੇ ਆ ਨਾ, ਦੇਖੋ ਕੱਜਲ ਜਿਹੜਾ ਅੱਗੇ ਹੁੰਦਾ ਸੀ ਉਹ ਲੱਗਦਾ ਹੁੰਦਾ ਸੀ, ਹੁਣ ਤੇ ਦੂਜੇ ਸੁਰਮੇ ਆ ਗਏ ਨਾ ਬਗੈਰ ਲੱਗਣ ਵਾਲੇ। ਉਹ ਜਦੋਂ ਅੱਖਾਂ ਵਿੱਚ ਸੁਰਮ ਚੋਂ ਫੇਰੀਦਾ ਸੀ ਨਾ, ਤਾਂ ਹੀ ਉਦਾਹਰਨ ਦਿੱਤੀ ਨਾ ਭਗਤ ਜੀ ਨੇ, ਕੱਜਲ ਰੇਖ ਨਾ ਸਿੰਧਿਆਂ, ਵੀ ਉਹ ਕੱਜਲ ਦੀ ਲਕੀਰ ਜਦੋਂ ਅੱਖੀਆਂ 'ਚ ਕੋਈ ਬੰਦਾ ਪਾਉਂਦਾ ਸੀ, ਉਹ ਕਹਿੰਦਾ ਹਾਏ ਮੇਰੇ ਅੱਖਾਂ ਦੇ ਵਿੱਚ ਰੜਕ ਪਈ ਹੈ। ਜਿਹੜੀਆਂ ਅੱਖੀਆਂ ਕੱਜਲ ਦੀ ਰੇਖ ਦਰਦ ਨਹੀਂ ਸੀ ਸਹਿੰਦੀਆਂ, ਅੱਖਾਂ 'ਚੋਂ ਪਾਣੀ ਆ ਜਾਂਦਾ ਸੀ। ਭਗਤ ਜੀ ਕਹਿੰਦੇ ਜਦੋਂ ਇਹਨੂੰ ਦੱਬ ਦਿੱਤਾ ਨਾ ਧਰਤੀ ਵਿੱਚ, ਸੇ ਪੰਖੀ ਸੋਏ ਬਹਿਟ, ਉਹਦੇ ਵਿੱਚ ਆਲ੍ਹਣੇ ਪਾ ਲਏ ਉਸ ਖੋਪੜ ਦੇ ਵਿੱਚ। ਉਸ ਖੋਪੜੀ ਦੇ ਵਿੱਚ ਪੰਛੀਆਂ ਨੇ ਆਪਣੇ ਬੱਚੇ ਦੇ ਦਿੱਤੇ ਉਹਦੇ ਵਿੱਚ। ਸੇ ਪੰਖੀ ਸੋਏ ਮਤਲਬ ਸੂ ਕੇ ਉਹਦੇ ਵਿੱਚ ਸੋਏ ਹੋਏ, ਜਾਂ ਜਿਨ੍ਹਾਂ ਨੇ ਬੱਚੇ ਦਿੱਤੇ ਹੋਣ, ਪੰਖੀ ਸੋਏ ਬਹਿਟ, ਏਦਾਂ ਦੀ ਬਾਤ ਬਣ ਜਾਂਦੀ ਹੈ। ਸੋ ਆਪਣੇ ਸੁੰਦਰ ਨੈਣਾਂ ਦੇ ਨਾਲ ਉਸ ਮਹਾਂਪੁਰਖ ਨੂੰ ਮੋਹਣ ਦਾ ਯਤਨ ਕਰਦੀ, ਪਰ ਮੋਹੀ ਆਪ ਗਈ। ਜਦ ਉਸ ਦੇ ਨੇਤਰ ਵੱਲ ਦੇਖਿਆ ਮਹਾਂਪੁਰਖ ਦੇ, ਕਿਉਂਕਿ ਮਹਾਂਪੁਰਖ ਕਹਿੰਦੇ ਹੀ ਉਸ ਨੂੰ ਹੈ ਗੁਰਮੁਖ ਰੋਮ ਰੋਮ ਹਰ ਧਿਆਵੇ। ਉਹਦਾ ਮੁਖ ਨਹੀਂ ਕੱਲਾ ਵਾਹਿਗੁਰੂ ਦੇ ਨਾਮ ਨਾਲ ਭਿੱਜਿਆ ਹੁੰਦਾ, ਉਹਦਾ ਜਿੰਨੇ ਵੀ ਰੋਮ ਹੈ ਨਾ, ਉਹਦੇ ਸਾਰੇ ਹੀ ਰੋਮ ਧਨ ਹੁੰਦੇ ਨੇ। ਉਹਦੇ ਸਾਰੇ ਹੀ ਰੋਮ ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਇਹ ਵੱਖਰੀ ਗੱਲ ਹੈ ਕਿਸੇ ਨੂੰ ਇਸ ਦੀ ਸਮਝ ਹੋਵੇ ਜਾਂ ਨਾ। ਜਦੋਂ ਸਤਸੰਗ ਦੀ ਆਨੰਦ ਆਉਂਦਾ ਕਿਸੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦਾ, ਤੇ ਉਹ ਕੇਵਲ ਸਰੀਰ ਦੇ ਇੱਕ ਪਾਰਟ ਨੂੰ ਥੋੜ੍ਹਾ ਹੁੰਦਾ। ਆਨੰਦ ਜਿਹੜਾ ਹੁੰਦਾ ਨਾ, ਕੀ ਉਹ ਸਾਡੇ ਸਰੀਰ ਦੇ ਇੱਕ ਪਾਰਟ ਨੂੰ ਹੁੰਦਾ? ਸਾਡੇ ਮਸਤਕ ਤੋਂ ਲੈ ਕੇ ਪੈਰ ਦੀ ਉਂਗਲੀ ਤੱਕ, ਸਾਡੇ ਮਸਤਕ ਤੋਂ ਲੈ ਕੇ ਪੈਰ ਦੀ ਉਂਗਲੀ ਤੱਕ ਉਹ ਸਾਨੂੰ ਆਨੰਦ ਫੀਲ ਹੁੰਦਾ। ਪਰ ਜਦੋਂ ਗਣਕਾ ਨੇ ਸਾਧ ਸੰਗਤ ਜੀ ਉਸ ਮਹਾਂਪੁਰਖ ਦੇ ਚਿਹਰੇ ਵੱਲ ਦੇਖਿਆ, ਤੇ ਉਸ ਦੀ ਜਿਹੜੀ ਦੁਰਮਤ ਸੀ, ਦੁਰਮਤ ਦੀ ਮੈਲ ਜੀ ਇੱਕਦਮ ਖਤਮ ਹੋ ਗਈ। ਇੱਕਦਮ ਜਿਵੇਂ ਕੋਈ ਬੰਦਾ ਡਿੱਗ ਪੈਂਦਾ ਠਾ ਕਰਕੇ, ਉਸ ਦੇ ਅੰਦਰ ਦੀ ਮੈਲ ਜਿਹੜੀ ਹੈ ਇੱਕਦਮ ਜਿਹੜੀ ਹੈ ਉਹ ਖਤਮ ਹੋ ਗਈ। ਉਹਦੇ ਅੰਦਰ ਮਤਲਬ ਗੁਣ ਪੈਦਾ ਹੋ ਗਿਆ, ਗੁਣ ਪੈਦਾ ਹੋ ਗਿਆ ਸੇਵਾ ਤੇ ਦਰਸ਼ਨ ਦਾ। ਉਹਦੀ ਦੁਰਮਤ ਜਿਹੜੀ ਸੀ ਉਹ ਚਲੀ ਗਈ। ਦੁਰਮਤ ਦਾ ਨਾਸ਼ ਤੇ ਗੁਰਮਤ ਦਾ ਪ੍ਰਕਾਸ਼। ਜਦੋਂ ਅਸੀਂ ਗੁਰੂ ਵੱਲ ਦੇਖਦੇ ਹਾਂ ਨਾ,
ਸਾਡੇ ਅੰਦਰ ਦੁਰਮਤ ਦਾ ਨਾਸ਼ ਹੁੰਦਾ ਤੇ ਗੁਰਮਤ ਦਾ ਪ੍ਰਕਾਸ਼ ਹੁੰਦਾ। ਕੱਲ੍ਹ ਦੀਆਂ ਪਿਛਲੀਆਂ ਮਾੜੀਆਂ ਚੀਜ਼ਾਂ ਮਿਟਦੀਆਂ ਨੇ, ਫਿਰ ਸਾਹਿਬ ਮੇਰਾ ਨੀਤ ਨਵਾਂ ਉਹ ਚੰਗੀਆਂ ਚੀਜ਼ਾਂ ਉਤਪੰਨ ਜਾਂ ਪੈਦਾ ਹੋਣ ਲੱਗਦੀਆਂ ਹਨ। ਪਿਛਲੀਆਂ ਗਈਆਂ ਖਤਮ, ਗੁਰੂ ਖਤਮ ਕਰ ਦਿੰਦਾ ਹੈ। ਸੋ ਉਸ ਨੂੰ ਇੱਦਾਂ ਲੱਗਿਆ ਵੀ ਮੇਰੇ ਅੰਦਰੋਂ ਕੋਈ ਚੀਜ਼ ਪ੍ਰਗਟ ਹੋਈ ਹੈ। ਕੀ ਪ੍ਰਗਟ ਹੋਇਆ? ਪ੍ਰੇਮ ਭਾਵ। ਪ੍ਰੇਮ ਭਾਵ ਉਹ ਵੀ ਇੱਕ ਵੇਸ਼ਵਾ ਦੇ ਅੰਦਰੋਂ ਪ੍ਰਗਟ ਹੋ ਜਾਵੇ, ਇਹ ਅਚੰਭੇ ਵਾਲੀ ਗੱਲ ਹੈ, ਛੋਟੀ ਗੱਲ ਨਹੀਂ। ਇੱਥੇ ਚੰਗੇ ਭਲੇ ਬੰਦਿਆਂ ਦੇ ਅੰਦਰ ਪ੍ਰੇਮ ਭਾਵ ਪ੍ਰਗਟ ਨਹੀਂ ਹੁੰਦਾ ਤੇ ਇੱਕ ਬਹੁਤ ਨਾਸਤਕ ਤੇ ਗਿਰਿਆ ਹੋਇਆ ਇਨਸਾਨ, ਬਦ ਚੱਲਣ ਇਨਸਾਨ, ਵੇਸ਼ਵਾ, ਉਹਦੇ ਅੰਦਰ ਪ੍ਰੇਮ ਭਾਵ ਜਾਗ ਜਾਏ। ਇਹਨੂੰ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਰਮ ਦੀ ਖੇਤੀ ਕਰਿਆ ਕਰ, ਪਤਾ ਨਹੀਂ ਕਦੋਂ ਤੇਰੇ ਘਰ ਉਹ ਸੋਹਣਾ ਆ ਜਾਏ। ਆਓ ਸੱਜਣਾ ਹੁਣ ਦੇਖਾਂ ਦਰਸ਼ਨ ਤੇਰਾ ਰਾਮ। ਜਦੋਂ ਵੀ ਜਿੰਨੇ ਵੀ ਰੱਬ ਦੇ ਪਿਆਰਿਆਂ ਕੋਲ ਸਾਡੇ ਸਤਿਗੁਰੂ ਜੀ ਗਏ ਨੇ, ਉਹਨਾਂ ਨੇ ਪਹਿਲਾਂ ਉਡੀਕਾਂ ਕੀਤੀਆਂ, ਉਹਨਾਂ ਨੇ ਪਹਿਲਾਂ ਮਨ ਨੂੰ ਬਣਾਇਆ, ਉਹਨਾਂ ਨੇ ਪਹਿਲਾਂ ਸੇਵਾਵਾਂ ਕੀਤੀਆਂ, ਉਹਨਾਂ ਨੇ ਅੰਦਰ ਖਿੱਚ ਰੱਖੀ ਤੇ ਫਿਰ ਉਹ ਜਿਹੜਾ ਮਾਲਕ ਉਹਨਾਂ ਦੇ ਘਰ ਵਿੱਚ ਆ ਕੇ ਬੈਠਾ। ਸੋ ਇਸ ਗਣਕਾ ਦੇ ਅੰਦਰ ਪ੍ਰੇਮ ਭਾਵ ਪ੍ਰਗਟ ਹੋਇਆ। ਇਸ ਨੇ ਦੂਜੀ ਗੱਲ ਕਰਨ ਦੀ ਬਜਾਏ ਕਹਿੰਦੀ ਹੈ ਵੀ ਮੈਨੂੰ ਤੁਸੀਂ ਕੋਈ ਮਹਾਤਮਾ ਲੱਗਦੇ ਹੋ, ਤੁਹਾਨੂੰ ਦੇਖ ਕੇ ਮੇਰਾ ਮਨ ਸ਼ਾਂਤ ਹੋਇਆ, ਤੁਹਾਨੂੰ ਦੇਖ ਕੇ ਮੇਰੇ ਮਨ ਅੰਦਰ ਇੱਕ ਸੱਚ ਦੀ ਭਾਵਨਾ ਜਿਹੜੀ ਹੈ ਉਹ ਪੈਦਾ ਹੋਈ ਹੈ। ਮੇਰਾ ਦਿਲ ਕਰਦਾ ਤੁਸੀਂ ਇੱਥੇ ਨਾ ਖੜੋ, ਤੁਸੀਂ ਕੁਝ ਸਮਾਂ ਉੱਪਰ ਆ ਜਾਓ ਔਰ ਮੈਨੂੰ ਕੁਝ ਸਮਾਂ ਸੇਵਾ ਦਾ ਮੌਕਾ ਦਿਓ ਤੇ ਫਿਰ ਤੁਸੀਂ ਚਲੇ ਜਾਓ। ਜਿਹੜਾ ਸਤਿਪੁਰਖ ਹੁੰਦਾ ਉਹ ਹੁੰਦਾ ਪਰਉਪਕਾਰੀ। ਜਿਹੜੇ ਸਾਡੇ ਵਰਗੇ ਹੁੰਦੇ ਨੇ ਉਹਨਾਂ ਦੀਆਂ ਅੱਖੀਆਂ ਹੁੰਦੀਆਂ ਨੇ ਪਤਾ ਕਿਹਦੇ ਵਰਗੀਆਂ? ਬਗਲੇ ਤੇ ਕਾਂ ਵਰਗੀਆਂ, ਗੰਦਗੀ ਨਾਲ ਭਰੀਆਂ। ਲੋਕ ਦੇਖਦੇ ਨੇ ਵੇਸ਼ਵਾ ਦੇ ਨਾਲ ਸਾਧੂ ਉਹਦੇ ਕੋਠੇ ਤੇ ਚਲਾ ਗਿਆ, ਪਰ ਉਹਦੀ ਕੀ ਭਾਵਨਾ ਹੈ ਤੇ ਉਹਦੀ ਕੀ ਭਾਵਨਾ ਕੌਣ ਜਾਣ ਸਕਦਾ ਹੈ। ਤਾਂ ਹੀ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਜਦੋਂ ਗੁਰਮੁਖ ਨੂੰ ਮਿਲਦਾ ਹੈ, ਗੁਫ਼ਤਗੂ ਕਿੱਦਾਂ ਹੁੰਦੀ ਹੈ? ਦੁਨੀਆ ਨਹੀਂ ਇਹ ਜਾਂਚ ਨਾ ਕਰ ਸਕਦੀ, ਜਾਂਚ ਸਕਦੀ। ਦੁਨੀਆ ਨੇ ਤੇ ਇਹੀ ਦੇਖਣਾ ਵੀ ਇਹ ਬੰਦਾ ਹੋ ਸਕਦਾ ਹੈ ਕੋਈ ਕਿਸੇ ਨੂੰ ਚਿੱਕੜ ਵਿੱਚੋਂ ਕੱਢਣ ਦੇ ਲਈ, ਚਿੱਕੜ ਵਿੱਚ ਕਿਸੇ ਨੇ ਪੈਰ ਰੱਖਿਆ ਹੋਵੇ, ਇਹਦਾ ਮਤਲਬ ਇਹ ਥੋੜ੍ਹਾ ਵੀ ਉਹ ਵੀ ਗੰਦਾ ਹੋ ਗਿਆ। ਹੋ ਸਕਿਆ ਕੋਈ ਮੂੰਹ ਭਰਨੇ ਠੇਕੇ ਦੇ ਉੱਪਰ ਸ਼ਰਾਬ ਪੀ ਕੇ ਡਿੱਗਿਆ ਹੋਵੇ ਆਪਣਾ ਭੈਣ ਭਰਾ, ਕੋਈ ਆਪਣਾ ਸੱਜਣ ਵਿਚਾਰਾ ਉਹਨੂੰ ਚੁੱਕ ਕੇ ਘਰ ਲੈਣ ਚੱਲ ਜਾਏ, ਦੇਖਣ ਵਾਲਾ ਕਵੇ ਇਹ ਵੀ ਤੇ ਠੇਕੇ ਤੇ ਗਿਆ ਸੀ। ਕੀ ਪਤਾ ਉੱਥੇ ਕਿਸੇ ਦਾ ਭਲਾਈ ਕਰਦਾ ਹੋਵੇ, ਉਹ ਕਿਸੇ ਆਪਣੇ ਨੂੰ ਕਹਿੰਦਾ ਹੋਵੇ ਉਹ ਨਾ ਖਾਇਆ ਪੀਆ ਕਰ, ਸਿੱਧੇ ਰਸਤੇ ਪੈ ਜਾ। ਹੋ ਸਕਦਾ ਕਿਸੇ ਦਾ ਭਲਾ ਕਰ ਨਹੀਂ ਗਿਆ ਹੋਵੇ। ਪਰ ਦੁਨੀਆ ਦੀਆਂ ਨਜ਼ਰਾਂ ਜਿਹੜੀਆਂ ਨੇ ਨਾ, ਕਿਉਂਕਿ ਔਗਣੀ ਭਰਿਆ ਸਰੀਰ ਹੈ ਨਾ, ਜਿਹਦਾ ਔਗਣਾਂ ਦੇ ਨਾਲ ਭਰਿਆ ਮਨ ਹੈ, ਉਸਨੇ ਚੰਗੀ ਗੱਲ ਦੀ ਸ਼ੁਰੂਆਤ ਨਹੀਂ ਕਰਨੀ, ਚੰਗੀ ਸੋਚ ਆਪਣੇ ਅੰਦਰ ਨਹੀਂ ਲਿਆਉਣੀ, ਉਹਨੇ ਮਾੜਾ ਹੀ ਵਿਚਾਰ, ਮਤਲਬ ਨੈਗੇਟਿਵ ਚੀਜ਼ ਅੰਦਰ ਪੈਦਾ ਕਰਨੀ ਹੈ। ਉਹਨੇ ਇਹ ਨਹੀਂ ਕਰਨਾ ਹੋ ਸਕਦਾ ਇਹਨੂੰ ਕੋਈ ਕੰਮ ਹੋਏਗਾ, ਇਹ ਤਾਂ ਗਿਆ। ਉਸਨੇ ਕਹਿਣਾ ਨਹੀਂ ਇਹ ਤੇ ਗਲਤ ਹੈ, ਇਹ ਗਲਤ ਹੈ, ਕਿਉਂਕਿ ਪੁੱਠੇ ਦਿਮਾਗ ਨੇ ਪੁੱਠੀ ਹੀ ਸੋਚ ਰੱਖੀ ਹੁੰਦੀ ਹੈ। ਸੋ ਇਹ ਮਹਾਂਪੁਰਖ ਨੂੰ ਕਹਿੰਦੀ ਹੈ ਵੀ ਮੇਰੇ ਨਾਲ ਉੱਪਰ ਆ ਜਾਓ, ਕੁਝ ਸਮਾਂ ਤੁਸੀਂ ਬੈਠੋ, ਮੇਰਾ ਦਿਲ ਕਰਦਾ ਤੁਹਾਡੇ ਦੀਦਾਰ ਕਰਨ ਨੂੰ, ਤੁਹਾਡੀ ਸੇਵਾ ਕਰਨ ਨੂੰ। ਜਦੋਂ ਸਾਡੇ ਵੀ ਗਲੀ ਦੇ ਵਿੱਚ ਕੋਈ ਸੱਜਣ ਆ ਜਾਂਦਾ, ਕਈ ਵਾਰ ਅਸੀਂ ਵੀ ਤੇ ਉਸ ਨੂੰ ਅੰਦਰ ਲੈ ਹੀ ਜਾਂਦੇ ਆ ਨਾ ਵੀ ਆ ਭਾਈ ਚਾਹ ਪੀ ਕੇ ਚਲੇ ਆ ਜਾਏ। ਤੇ ਜੇ ਕੋਈ ਮਹਾਤਮਾ ਨੂੰ ਕਿਸੇ ਨੇ ਕਹਿਤਾ ਵੀ ਚਾਹ ਪਾਣੀ ਜਾਂ ਸੇਵਾ ਤੁਹਾਡੀ ਕਰ ਲੈਂਦੇ ਹਾਂ, ਕੋਈ ਮਾੜੀ ਗੱਲ ਤੇ ਨਹੀਂ ਹੈ, ਕਿਉਂਕਿ ਪ੍ਰੇਮ ਜਿਹੜਾ ਜ਼ਰੂਰੀ ਥੋੜ੍ਹਾ ਹੈ ਵੀ ਕੋਈ ਸਪੈਸ਼ਲ ਬੰਦਿਆਂ ਦੇ ਅੰਦਰ ਹੀ ਪੈਦਾ ਹੁੰਦਾ ਹੈ। ਪ੍ਰੇਮ ਤੇ ਜਾਨਵਰਾਂ ਦੇ ਅੰਦਰ ਵੀ ਹੁੰਦਾ, ਪੰਛੀਆਂ ਦੇ ਅੰਦਰ ਵੀ ਹੁੰਦਾ। ਪ੍ਰੇਮ ਤੇ ਪਸ਼ੂ ਪੰਛੀਆਂ ਦੇ ਅੰਦਰ, ਨਿਰਜੀਵ ਚੀਜ਼ਾਂ ਦੇ ਵਿੱਚ ਵੀ ਹੁੰਦਾ ਹੈ ਪ੍ਰੇਮ। ਧਿਆਨ ਦੇਣਾ, ਚਲੋ ਉਹ ਵਿਸ਼ਾ ਨਹੀਂ, ਫਿਰ ਉਹਦੀਆਂ ਉਦਾਹਰਨਾਂ ਬਹੁਤ ਦੇਣੀਆਂ ਪੈਂਦੀਆਂ। ਨਿਰਜੀਵ ਦੇ ਵਿੱਚ ਪ੍ਰੇਮ ਕਿਵੇਂ ਹੁੰਦਾ। ਸੋ ਇਹ ਮਹਾਂਪੁਰਖ ਉੱਪਰ ਗਿਆ, ਦੇਖਣ ਵਾਲੇ ਕਹਿੰਦੇ ਲੈ ਵੀ ਇਹ ਵੀ ਫਸ ਗਿਆ ਉਸ ਔਰਤ ਦੇ ਚੁੰਗਲ ਦੇ ਵਿੱਚ, ਹੋ ਸਕਦਾ ਉਹਦਾ ਭਲਾ ਕਰਨ ਗਿਆ ਹੋ।
क्योंकि जिहड़ा भला नहीं करदा है, जिहड़ा भला नहीं करदा है, उस नूं भला कहाउण दा हकदार नहीं। गुरु नानक महाराज जी ने उन्हां नूं तारिया जिहड़े बिल्कुल बिगड़े होए सन। जे ठीक ठाक हैं उन्हां दे कोल जाण दी की जरूरत है, वो तो ठीक ही हैं। महाराज जी कहते मैं तो उन्होंने सुधारन आया जिहड़े बिगड़े हुए ने, जिहड़े कुराहे पे हुए ने। गुरु नानक उन्होंने राहे पाण आया, तो जदों उन्होंने राह पाना तो फिर सत्संगत जी औखा होना ही है। उसने विरोध करना, सब तो पहला समाज ने भी विरोध करना। सो महापुरख उपर चला गया। लोग कहते ने भी ये भी फस गया, पर वो जानता जां वो जानती है भी ये कौन है। उसकी भावना है उस महापुरख दे लई। कहते महापुरख नूं उसने जल पानी छकाया, इतों तक चरण भी घुटे, और उसकी जिहड़ी दुरमत मैल है वो मिटदी मिटदी इन्नी मिट गई। वो कहती है भी मैं अज तो लैके जो मैं कर्म करदी हाँ, मेरा दिल करदा मैं ये कर्म छड्ड दियां। महापुरख कहंदा बिल्कुल। कहती मेरे ते मेहर करो, मेरे ते कृपा करो, मैनू नाम दान बख्शो, मैनू कोई जुगती दिओ, मैनू मुक्ति का साधन दसो। वो कहते भी तू प्रॉमिस कर, तेनू मुक्ति का साधन दस दिन्ने आ। तू प्रॉमिस कर, वादा कर, जो तू कर्म पहला कीते ने उहदे तो तौबा कर दे, अज तू लैके करेंगी नहीं, सारे ही माफ, ते तेनू राम का नाम दिता। वो कहती मैनू मंजूर है। देखो कोठा बंदगी का घर बन गया। कदी कदी इदा हो सकदा है। जिहड़ा भिखारी ते राज करावे राजा ते भिखारी, खल मूर्ख ते पंडित करबो पंडित ते मुगधारी। जिहड़ा इन्ना कुछ कर सकदा है, जिहड़ा औरंगजेब दे प्यो नूं एक प्याली पानी दिंदा सी, वो कहंदा इहदे विच ते मैं शाही घोल के कुछ लिख लिया, हुण मैं पीवांगी ते होर शरीरक किरिया लई की वरतां। औरंगजेब अपने बाप नूं कहंदा इन्ना ही मिलना है, चाहे इहदे नाल कुछ लिख लिया कर शाही पा के, ते चाहे इहनूं पी लिया कर, ते चाहे कोई नहा लिया कर, कापी मिलना छोटा जिहा सुल्ताना घाओ कराएंदा। जिहड़ा इन्ना कुछ कर सकदा है, वो भी कर सकदा है। वो कोठे नूं भी मंदिर बना सकदा है। माफ़ करना ते कईयां ने अपने धार्मिक स्थानां नूं भी गलत बनाया होया। सो ये भी विचा नहीं अपना। सो सतगुरु जी की कृपा मेहर, महापुरख कहंदा चल बई तैनू राम का नाम दिता। भाई गुरदास जी कहते ने भी दुरमत देख दयाल होए, हथों उसनू दितुन तोता। कहते भी राम 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 नाम का जाप इनू कराया पढ़ाया कर, कराया कर, तेरा पार उतारा हो जाएगा। जुगती है भावें किसी तरीके ना कोई चाहे सिमरना फड़ ले, माला फड़ ले, या ग्राहक आए वो कहती जाओ बस मेरा जो वो कर्म सी खत्म हो चुका है। अज तू लैके मैं कोई माड़ा कर्म नहीं करांगी। और राम राम जपदी जपदी राम राम जपाउंदी होई एक दिन ऐसी उस राम दे विच अभेद होई। ग्रंथां दे विच गुरुआं नूं ते भाई गुरदास वर्गियां नूं उन्हां दा हवाला देना पिया। अग्नि भरिया शरीर है क्यों संतो निर्मल होए। सो पातशाह जी कहते गुरमुख गुण विहाजी है मल होमे कड्डे धोए। कहते अपने सतगुर दी संगत कर जां गुरमुखां दी संगत कर, गुरु दे सन्मुख हो के गुणां नूं खरीद। जो तुसीं बचन सुने हैं ना, ये गुण ने, ये साडे अंदर जे बस जान ना तो साडे अंदरों कुदरती औगण जिहड़ा वो निकल जाना है। जदों सत्संग जी एंटीबायोटिक लन्ने हैं ना, तो फिर वो जिहड़े अंदर गलत सैल होंदे उन्हां नूं मार के साडी वो चीज़ नूं वो ठीक कर दिंदा। एंटीबायोटिक इंजैक्शन जां कैप्सूल असीं करने हैं ना, वो खत्म कर दिंदा है। वो कीटाणु कह दईए तो शरीर नूं बुखार कह दईए, शरीर दे विच वो जिहड़े कीटाणु हुंदे ने बीमारी वाले खत्म करके सानूं तंदुरुस्ती दे दिंदा है। सो गुरबाणी दे बचन, गुरबाणी दी कथा, गुरबाणी दा कीर्तन एक इदां दा एंटीबायोटिक है जिहड़ा साडे अंदरों हौमे नूं, साडे अंदरों औगणां नूं खत्म करके साडे अंदर नूं साफ कर दिंदा है। ते फिर साफ भांडे विच महाराज जी कहंदे आओ हुण बस तू टका लै। फिर अगली पंक्ति विच यही विचार है, सच बनंजे
ਰੰਗ ਸਿਉ ਸੱਚ ਸੌਦਾ ਹੋਏ। ਜੋ ਮਨੁੱਖ ਪਿਆਰ ਨਾਲ ਸੱਚ ਦੇ ਨਾਮ ਨੂੰ ਜਾਂ ਸੱਚ ਦੇ ਸੌਦੇ ਨੂੰ ਖਰੀਦਦੇ ਹਨ, ਮਹਾਰਾਜ ਜੀ ਕਹਿੰਦੇ ਸੱਚਾ ਸੌਦਾ ਸਦੀਵੀ ਉਹਦੇ ਨਾਲ ਨਿਭਦਾ ਹੈ। ਟੋਟਾ ਮੋਲ ਨਾ ਆਵੀ ਲਾਹਾ ਹਰ ਭਾਵੇ ਸੋ ਹੋਏ। ਉਸ ਮਨੁੱਖ ਨੂੰ ਨਾ ਅੰਦਰੋਂ ਨਾ ਬਾਹਰੋਂ ਕਦੀ ਵੀ ਘਾਟਾ ਨਹੀਂ ਪੈਂਦਾ, ਕਦੀ ਵੀ ਨਿਘਾਰ ਨਹੀਂ ਹੁੰਦਾ, ਕਦੀ ਵੀ ਵੀਕ ਨਹੀਂ ਹੁੰਦਾ, ਕਦੀ ਵੀ ਕਮਜ਼ੋਰ ਨਹੀਂ ਹੁੰਦਾ, ਨਾ ਮਾਇਆ ਵੱਲੋਂ ਨਾ ਦੁਨੀਆ ਦੀ ਕਿਸੇ ਵਸਤੂ ਵੱਲੋਂ। ਟੋਟਾ ਮੋਲ ਨਾ ਆਵੀ ਲਾਹਾ ਹਰ ਭਾਵੇ ਸੋਏ। ਜਿਸ ਨੂੰ ਪ੍ਰਮਾਤਮਾ ਚੰਗਾ ਲੱਗਣ ਜਾਏ ਉਹਨੂੰ ਕਿਸੇ ਚੀਜ਼ ਦਾ ਘਾਟਾ ਰਹੇਗਾ ਨਹੀਂ, ਕਦੀ ਵੀ ਨਹੀਂ ਰਹੇਗਾ। ਨਾਨਕ ਤਿੰਨ ਸੱਚ ਵਣਜਿਆ ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ। ਜਿਸ ਮਨੁੱਖ ਨੇ ਸੱਚੇ ਨਾਮ ਨੂੰ ਖਰੀਦਿਆ ਹੈ, ਨਾਮ ਨੂੰ ਵੀ ਖਰੀਦਿਆ ਜਾਂਦਾ ਹੈ। ਇਹ ਵੀ ਬਾਣੀ ਵਿੱਚ ਬਹੁਤ ਉਦਾਹਰਨਾਂ ਹਨ। ਨਾਨਕ ਤਿੰਨ ਸੱਚ ਵਣਜਿਆ ਮਤਲਬ ਸੱਚ ਦਾ ਸੌਦਾ ਜਿਸ ਨੇ ਕੀਤਾ, ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ। ਜਿਨ੍ਹਾਂ ਦੇ ਕਰਮਾਂ ਦੇ ਵਿੱਚ ਇਹ ਚੀਜ਼ ਉਕਰੀ ਹੋਈ ਹੈ, ਪੂਰਨਾ ਪਿਆ ਹੋਇਆ, ਉਸਨੇ ਇਸ ਪੂਰਨੇ ਤੇ ਚੱਲ ਕੇ ਇਸ ਪੂਰਨੇ ਨੂੰ ਗੂੜਾ ਕੀਤਾ ਤੇ ਤਮਾਮ ਚੀਜ਼ਾਂ ਪ੍ਰਾਪਤ ਕਰ ਲਈਆਂ। ਸਲਾਹੀ ਸੱਚ ਸਲਾਨਾ ਸੱਚ ਸੱਚਾ ਪੁਰਖ ਨਿਰਾਲੇ। ਮੇਰਾ ਚਿੱਤ ਚਾਹੁੰਦਾ ਉਸ ਨਿਰਾਲੇ ਉਸ ਨਿਰਮਲ ਪ੍ਰਭੂ ਨੂੰ ਮੈਂ ਯਾਦ ਕਰਾਂ, ਉਹਦੀ ਸਿਫਤ ਕਰਾਂ, ਔਰ ਉਹਦੀ ਸਿਫਤ ਕੀਤੀ ਹੋਈ ਨਾਲ ਨਿਭਦੀ ਹੈ। ਜਿਵੇਂ ਇੱਕ ਅਖੌਤ ਹੈ ਨਾ ਵੀ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਜਾਂ ਇੱਕ ਹੋਰ ਪੜ੍ਹਦੇ ਹੁੰਦੇ ਅਸੀਂ ਵਾਰਿਸ਼ਾ ਆਤਨ ਜਾਂਦੀਆਂ ਭਾਵੇਂ ਕੱਟੀਏ ਪੋਰੀਆਂ ਪੋਰੀਆਂ। ਇਹ ਚੀਜ਼ ਨੂੰ ਨਾ ਗਲਤ ਕਰ ਦਿੱਤਾ ਬਾਣੀ ਨੇ। ਬਾਣੀ ਲਿਖਦੀ ਕਰਮ ਕੱਟੇ ਜਾਂਦੇ ਨੇ। ਸੱਚ ਸੱਚਾ ਜਿਨੀ ਅਰਾਧਿਆ ਸੇ ਜਾਏ ਰਲੇ ਸੱਚ ਨਾਲੇ। ਜਿਨ੍ਹਾਂ ਨੇ ਸੱਚੇ ਨੂੰ ਯਾਦ ਕੀਤਾ, ਸੱਚੇ ਦੇ ਨਾਲ ਜੁੜ ਗਏ। ਜਿਵੇਂ ਗਣਕਾਂ ਦਾ ਪ੍ਰਮਾਣ ਲਿਆ, ਉਹ ਭਾਵੇਂ ਮੈਲੀ ਸੀ ਪਰ ਉਹ ਉਸ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਈ, ਮਤਲਬ ਉਹ ਪ੍ਰਵਾਨ ਹੋ ਗਈ, ਕਿਉਂਕਿ ਉਸਨੇ ਆਪਣੇ ਅੰਦਰੋਂ ਉਹ ਕੰਡਾ ਵਿਕਾਰ ਦਾ ਕੱਢ ਕੇ ਬਾਹਰ ਸੁੱਟ ਦਿੱਤਾ ਤੇ ਉਹ ਜ਼ਖਮ ਬਣਿਆ ਨਹੀਂ। ਕੰਡਾ ਕੱਢ ਦਿੱਤਾ ਜਾਏ, ਫੋੜਾ ਕੱਢ ਦਿੱਤਾ ਜਾਏ, ਜ਼ਖਮ ਅੱਗੇ ਵੱਧਦਾ ਨਹੀਂ। ਜੇ ਫੋੜਾ ਅੰਦਰ ਰਵੇ ਤੇ ਉਹ ਕੈਂਸਰ ਬਣਦਾ ਹੈ। ਕੰਡਾ ਅੰਦਰ ਵੜਿਆ ਰਵੇ ਮਾਸ ਦੇ ਤੇ ਉਹਦੇ ਵਿੱਚ ਪਸ ਪੈ ਜਾਂਦੀ ਹੈ। ਜਦੋਂ ਕੰਡਾ ਕੱਢ ਦਿੱਤਾ ਜਾਂਦਾ ਹੈ ਤੇ ਕੁਝ ਚਿਰ ਬਾਅਦ ਉਹ ਮਾਮੂਲੀ ਜ਼ਖਮ ਭਰ ਜਾਂਦਾ ਹੈ। ਆਖਰੀ ਪੰਕਤੀ ਇਹ ਸੱਚ ਸੱਚਾ ਜਿਨੀ ਨਾ ਸੇਵਿਆ ਸੇ ਮਨਮੁਖ ਮੂੜ ਬਿਤਾਲੇ। ਜਿਨ੍ਹਾਂ ਨੇ ਹਰੀ ਨੂੰ ਸਿਮਰਿਆ ਨਹੀਂ, ਮਹਾਰਾਜ ਜੀ ਕਹਿੰਦੇ ਉਹ ਮਨਮੁਖ ਤੇ ਮੂਰਖ ਤੇ ਭੂਤ ਨੇ ਲੋਕ ਨੇ। ਮਨਮੁਖ ਮੂੜ, ਉਹ ਮਨਮੁਖ ਮੂੜ ਦਾ ਮਤਲਬ ਮੂਰਖ ਤੇ ਬਤਾਲੇ ਦਾ ਮਤਲਬ ਭੂਤ। ਭੂਤ ਦਾ ਮਤਲਬ ਉਹ ਨਹੀਂ ਜਿਹੜੇ ਅਸੀਂ ਸਮਝਦੇ ਹਾਂ ਚਲੋ ਸਮਾਂ ਹੋ ਗਿਆ ਫਿਰ ਸਹੀ। ਉਹ ਭੂਤਾਂ ਵਰਗੇ ਹਨ। ਉਹ ਕਿੱਦਾਂ ਦੇ ਹਨ? ਆਖਰੀ ਪੰਕਤੀ ਉਹ ਆਲ ਪਤਾਲ ਮੋਹ ਬੋਲਦੇ। ਆਲ ਪਤਾਲ ਦਾ ਮਤਲਬ ਇੱਥੇ ਲਿਖਿਆ ਬਕਵਾਸ। ਉਹ ਆਲ ਪਤਾਲ ਮੋਹ ਬੋਲਦੇ ਜੋ ਪੀਤੇ ਮਦ ਮਤ ਵਾਲੇ। ਜਿਵੇਂ ਸ਼ਰਾਬੀ ਨੇ ਸ਼ਰਾਬ ਪੀਤੀ ਹੁੰਦੀ ਹੈ, ਉਹ ਬਕੀ ਜਾਂਦਾ ਹੈ ਨਾ, ਇੱਥੇ ਲਿਖਿਆ ਹੈ ਉਹ ਇਸ ਤਰ੍ਹਾਂ ਬਕਦੇ ਤੇ ਬਕਵਾਸ ਕਰਦੇ ਨੇ ਜਿਵੇਂ ਨਸ਼ਈ ਬੰਦਾ ਬੋਲਦਾ। ਉਹ ਆਲ ਪਤਾਲ ਮੋਹ ਬੋਲਦੇ। ਜਿਨ੍ਹਾਂ ਨੇ ਸੱਚ ਦੇ ਨਾਮ ਨੂੰ ਜਪਿਆ ਜਾਂ ਸੁਣਿਆ ਨਹੀਂ, ਉਹਨਾਂ ਦੀ ਹਾਲਤ ਇੱਕ ਸ਼ਰਾਬੀ ਵਰਗੀ ਬਾਣੀ ਵਿੱਚ ਲਿਖੀ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਮਹਾਰਾਜ ਨੇ ਬਹੁਤ ਹੀ ਪਿਆਰ ਦੇ ਨਾਲ ਚੜ੍ਹਦੀ ਕਲਾ ਵਿੱਚ ਸੇਵਾ ਲਈ ਹੈ। ਆਪ ਨੇ ਸਰਵਣ ਕੀਤੀ। ਗੁਰੂ ਮਹਾਰਾਜ ਜੀ ਬਾਣੀ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸਾਇਓ, ਔਰ ਇਹ ਗਿਆਨ ਸਦੀਵੀ ਕਰਨਾ, ਸਭ ਦਾ ਭਲਾ ਕਰਨਾ, ਸਭ ਨੂੰ ਤੰਦਰੁਸਤੀਆਂ ਦੇਣੀਆਂ, ਸਭ ਦੇ ਔਗਣ ਮਾਫ ਕਰ ਦੇਣੇ, ਸਭ ਦੇ ਬੱਚਿਆਂ ਨੂੰ ਦੇਸ਼ ਪ੍ਰਦੇਸ਼ ਕਾਰੋਬਾਰ ਕਾਮਯਾਬੀਆਂ ਵਿਦਿਆ ਨਿਤਨੇਮ ਅੰਮ੍ਰਿਤ ਵੇਲੇ ਦੀ ਦਾਤ ਗੁਰਬਾਣੀ ਦਾ ਰਸ ਆਵੇ, ਐਸੀ ਸਭ ਤੇ ਮਿਹਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।